Again, I'm continuing my previous video. So, पिछले video which I told you about the poem that no men are foreign. I told about the central idea, that what is the main idea of this poem, no men are foreign, and the poet name was James Kirkup. So, in this video, I will explain the whole poem stanza wise मैं हो सारी poem ਨੂੰ explain ਕਰਾਂਗੀ, ਸੋ ਬੜੇ ਧਿਆਨ ਨਾਲ ਸੁਣਨਾ ਬਿਕੋਜ਼ ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਪੋਇਟਰੀ ਸੈਕਸ਼ਨ ਵਿੱਚ ਟੂ ਪਾਰਟਸ ਆਉਂਦੇ ਆ। ਫਰਸਟ ਪਾਰਟ ਇੱਕ ਸਟੈਂਜ਼ਾ ਆਵੇਗਾ ਜਿਸ ਨੂੰ ਤੁਸੀਂ ਪੜ੍ਹ ਕੇ ਸਮਝ ਕੇ ਉਸਦੇ ਕੁਐਸਚਨਸ ਤੁਸੀਂ ਕਰਨੇ ਹੋਣਗੇ। ਸੋ ਇਸ ਨੂੰ ਧਿਆਨ ਨਾਲ ਸੁਣੋਗੇ ਤਾਂ ਹੀ ਤੁਹਾਨੂੰ ਸਟੈਂਜ਼ਾ ਦੇ ਕੁਐਸਚਨਸ ਦੇ ਆਨਸਰ ਆਉਣਗੇ। ਸੋ ਧਿਆਨ ਨਾਲ ਸੁਣਿਓ ਬੱਚੋ। Remember, no men are strange, no countries are foreign. Remember, no men are strange, no countries foreign. याद रखो, remember कि कोई इंसान पराया नहीं हुंदा. No countries foreign, ना ही कोई देश बेगाना हुंदा है. Beneath all uniforms a single body breathes. देखो, हर एक कंट्री दे सोल्जर्स ਦੀ ਉਹਨਾਂ ਦੀ ਵਰਦੀ ਪਹਿਚਾਨ ਹੁੰਦੀ ਹੈ, ਯੂਨੀਫਾਰਮ ਜਿਹੜੀ ਕਿ ਹਰ ਇੱਕ ਕੰਟਰੀ ਦੇ ਸੋਲਜਰਸ ਨੇ ਪਾਈ ਹੁੰਦੀ ਹੈ ਅਤੇ ਉਹਨਾਂ ਵਰਦੀਆਂ ਦੇ ਨੀਚੇ ਇੱਕੋ ਸਮਾਨ ਦਾ ਸਰੀਰ ਹੈ। ਮੀਨਸ ਟੂ ਸੇ ਕਿ ਹਰ ਇੱਕ ਸੋਲਜਰ ਦੀ ਭਾਵੇਂ ਵਰਦੀ ਅਲੱਗ-ਅਲੱਗ ਹੈ ਪਰ ਸਾਰਿਆਂ ਦੀ ਜਿਹੜੀ ਬੋਡੀ ਹੈ ਉਹ ਇੱਕੋ ਤਰ੍ਹਾਂ ਦੀ ਹੈ ਅਤੇ ਸਾਰੇ ਹੀ ਇੱਕੋ ਤਰ੍ਹਾਂ ਸਾਹ ਲੈਂਦੇ ਹਨ। ਉਹਨੇ ਕਿਹਾ ਨਾ, ਅ ਸਿੰਗਲ ਬੋਡੀ ਬਰੀਥ, ਮਤਲਬ ਆਪਣਾ ਸਾਹ ਲੈਣ ਦੀ ਪ੍ਰਕਿਰਿਆ ਵੀ ਸਮਾਨ ਹੈ। Like ours the land our brothers walk upon. Like ours the land our brothers walk upon. ਇਸ ਦੇ ਵਿੱਚ ਉਸਨੇ ਇਸ ਲਾਈਨ ਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਪ੍ਰਕਾਰ ਉਹ ਜ਼ਮੀਨ ਜਿਸ ਦੇ ਉੱਪਰ ਸਾਡੇ ਭਰਾ ਤੁਰਦੇ ਹਨ, ਮਤਲਬ ਕਿ ਜਿਹੜੇ ਲੈਂਡ 'ਤੇ ਸਾਡੇ ਮੰਨ ਲਓ ਕਿ ਦੂਸਰੀ ਕੰਟਰੀ ਦੇ ਜਿਹੜੇ ਸੋਲਜਰ ਹਨ ਜਾਂ ਲੋਕ ਹਨ, ਦੂਸਰੀ ਕੰਟਰੀ ਦੇ ਜੋ ਇਨਸਾਨ ਉਹ ਵੀ ਜਿਸ ਧਰਤੀ 'ਤੇ ਤੁਰਦੇ ਹਨ ਉਸੇ ਤਰ੍ਹਾਂ ਹੀ ਅਸੀਂ ਤੁਰਦੇ ਹਾਂ। ਠੀਕ ਹੈ ਨਾ। ਲਾਈਕ ਆਰਸ ਦਾ ਲੈਂਡ ਆਰ ਬ੍ਰਦਰਸ ਵਾਕ ਅਪਨ, ਆਪਾਂ ਮਤਲਬ ਤੁਰਨਾ ਵੀ ਆਪਣਾ ਸੇਮ ਹੈ, ਜਿਵੇਂ ਉਹ ਤੁਰਦੇ ਧਰਤੀ ਤੋਂ ਉਵੇਂ ਆਪਾਂ ਤੁਰਦੇ ਹਾਂ, ਮਤਲਬ ਸੇਮ ਪ੍ਰਾਣੀ ਆ, ਕੋਈ ਫਰਕ ਨਹੀਂ। ਇਜ਼ ਅਰਥ ਲਾਈਕ ਦਿਸ ਇਨ ਵਿਚ ਵੀ ਆਲ ਸ਼ੈਲ ਲਾਈ। ਇਸ ਦਾ ਮਤਲਬ ਹੈ ਕਿ ਅਸੀਂ ਸਭ ਉਸੇ ਧਰਤੀ ਦੇ ਹੇਠਾਂ ਪਏ ਹੋਵਾਂਗੇ ਜਦੋਂ ਅਸੀਂ ਮਰਾਂਗੇ। ਮੀਨਸ ਉਸੇ ਕਿ ਮਰਨ ਤੋਂ ਬਾਅਦ ਉਹ ਵੀ ਧਰਤੀ 'ਤੇ ਪਏ ਹੋਣਗੇ ਅਤੇ ਆਪਾਂ ਵੀ ਧਰਤੀ 'ਤੇ ਹੀ ਪਏ ਹੋਵਾਂਗੇ। They too are aware of sun and air and water, are fed by peaceful harvests, by wars long, winters starved. Their hands are ours, and in their lives we read a labor not different from our own. They too aware of sun and air and water. ਉਹ ਵੀ ਸਾਡੇ ਵਾਂਗ ਹੀ ਸੂਰਜ, ਹਵਾ ਅਤੇ ਪਾਣੀ ਤੋਂ ਜਾਣੂ ਹਨ। ਉਹ ਲੋਕ ਵੀ ਧੁੱਪ, ਹਵਾ ਅਤੇ ਪਾਣੀ ਦਾ ਉਪਯੋਗ ਕਰਦੇ ਹਨ, ਉਹਨਾਂ ਨੂੰ ਜਾਣਦੇ ਹਨ, ਅਵੇਅਰ ਹਨ, ਉਹਨਾਂ ਤੋਂ ਜਾਣੂ ਹਨ ਜਿਵੇਂ ਅਸੀਂ ਜਾਣੂ ਹਾਂ। ਉਹ ਆਰ ਫੈਡ ਬਾਈ ਪੀਸਫੁਲ ਹਾਰਵੈਸਟ, ਬਾਈ ਵਾਰਸ ਲੌਂਗ ਵਿੰਟਰ ਸਟਾਰਵਡ। ਉਹ ਸਭ ਸਾਡੀ ਤਰ੍ਹਾਂ ਹੀ ਸ਼ਾਂਤੀ ਦੇ ਸਮੇਂ ਦੌਰਾਨ ਫਸਲਾਂ ਤੋਂ ਭੋਜਨ ਪ੍ਰਾਪਤ ਕਰਦੇ ਹਨ ਅਤੇ ਜਦੋਂ ਯੁੱਧ ਰੂਪੀ ਲੰਬੀ ਸਰਦੀ ਆਉਂਦੀ ਹੈ ਤਾਂ ਸਭ ਨੂੰ ਸਮਾਨ ਰੂਪ ਵਿੱਚ ਭੁੱਖਿਆ ਮਰਨਾ ਪੈਂਦਾ ਹੈ। Understood? The hands are ours, in their lives we read. ਉਹਨਾਂ ਦੇ ਹੱਥ ਉਸੇ ਤਰ੍ਹਾਂ ਦੇ ਹਨ ਜਿਸ ਤਰ੍ਹਾਂ ਦੇ ਸਾਡੇ ਕੋਲ ਹਨ ਅਤੇ ਉਹਨਾਂ ਦੀਆਂ ਜੀਵਨੀਆਂ ਵਿੱਚ ਅਸੀਂ ਪੜ੍ਹ ਸਕਦੇ ਹਾਂ। ਉਸੇ ਤਰ੍ਹਾਂ ਹੀ ਮਿਹਨਤ ਹੈ ਜੋ ਸਾਨੂੰ ਆਪਣੇ ਜੀਵਨ ਵਿੱਚ ਕਰਨੀ ਪੈਂਦੀ ਹੈ। A labor not different from our own. ਮੀਨਸ ਟੂ ਸੇ ਕਿ ਜਿਸ ਤਰ੍ਹਾਂ ਦੀ ਮਿਹਨਤ ਉਹ ਕਰਦੇ ਹਨ ਉਵੇਂ ਦੀ ਹੀ ਅਸੀਂ ਕਰਦੇ ਹਾਂ। ਸਾਡੀ ਮਿਹਨਤ, ਸਾਡੇ ਹੱਥ, ਸਾਡੀ ਜ਼ਿੰਦਗੀਆਂ ਸਭ ਕੁਝ ਸੇਮ ਹਨ। ਨੈਕਸਟ ਸਟੈਂਜ਼ਾ। ਰਿਮੈਂਬਰ ਦੇ ਹੈਵ ਆਈਜ਼ ਲਾਈਕ ਆਰਸ ਡੈਟ ਵੇਕ ਔਰ ਸਲੀਪ ਐਂਡ ਸਟਰੈਂਥ ਡੈਟ ਕੈਨ ਬੀ ਵਨ ਬਾਈ ਲਵ। ਇਨ ਐਵਰੀ ਲੈਂਡ ਇਜ਼ ਕਾਮਨ ਲਾਈਫ ਡੈਟ ਆਲ ਕੈਨ ਰੈਕਗਨਾਈਜ਼ ਐਂਡ ਅੰਡਰਸਟੈਂਡ। ਰਿਮੈਂਬਰ, ਯਾਦ ਰੱਖੋ, ਉਹਨਾਂ ਦੀਆਂ ਅੱਖਾਂ ਸਾਡੀਆਂ ਅੱਖਾਂ ਦੇ ਸਮਾਨ ਹੀ ਹਨ, ਉਹਨਾਂ ਦੀਆਂ ਅੱਖਾਂ ਵੀ ਸਾਡੀ ਅੱਖਾਂ ਦੇ ਵਾਂਗ ਹੀ ਹਨ
ਔਰ ਸਲੀਪ ਐਂਡ ਸਟਰੈਂਥ ਡੈਟ ਕੈਨ ਬੀ ਵੋਨ। ਉਹਨਾਂ ਦੀ ਅੱਖਾਂ ਉਸੇ ਪ੍ਰਕਾਰ ਸੌਂਦੀਆਂ ਜਾਗਦੀਆਂ ਹਨ ਜਿਸ ਤਰ੍ਹਾਂ ਸਾਡੀਆਂ ਅੱਖਾਂ ਸੌਂਦੀਆਂ ਜਾਗਦੀਆਂ ਹਨ। ਉਹਨਾਂ ਦੇ ਅੰਦਰ ਉਸੇ ਤਰ੍ਹਾਂ ਦੀ ਤਾਕਤ ਹੁੰਦੀ ਹੈ ਜਿਸ ਤਰ੍ਹਾਂ ਦੀ ਤਾਕਤ ਸਾਡੇ ਅੰਦਰ ਹੁੰਦੀ ਹੈ। ਅਜਿਹੀ ਤਾਕਤ ਜਿਸ ਨੂੰ ਪਿਆਰ ਦੇ ਦੁਆਰਾ ਜਿੱਤਿਆ ਜਾ ਸਕਦਾ ਹੈ। ਬਾਈ ਲਵ ਇਨ ਐਵਰੀ ਲੈਂਡ ਇਜ਼ ਕਾਮਨ ਲਾਈਫ। ਹਰੇਕ ਦੇਸ਼ ਵਿੱਚ ਇੱਕ ਹੀ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੀ ਜਾਂਦੀ ਹੈ। ਅੰਡਰਸਟੂਡ। ਇਨ ਐਵਰੀ ਲੈਂਡ ਇਜ਼ ਕਾਮਨ ਲਾਈਫ। ਇੱਕੋ ਤਰ੍ਹਾਂ ਦੀ ਜ਼ਿੰਦਗੀ ਆਪਾਂ ਜਿਉਂਦੇ ਹਾਂ ਹਰੇਕ ਦੇਸ਼ ਦੇ ਵਿੱਚ, ਭਾਵੇਂ ਕੋਈ ਵੀ ਧਰਤੀ ਹੋਵੇ। ਡੈਟ ਆਲ ਕੈਨ ਰੈਕਗਨਾਈਜ਼ ਐਂਡ ਅੰਡਰਸਟੂਡ। ਜੀਵਨ ਦੇ ਉਸ ਸਾਂਝੇ ਤਰੀਕੇ ਨੂੰ ਅਸੀਂ ਸਾਰੇ ਪਛਾਣ ਸਕਦੇ ਹਾਂ ਅਤੇ ਸਮਝ ਸਕਦੇ ਹਾਂ। ਡੈਟ ਆਲ ਕੈਨ ਰੈਕਗਨਾਈਜ਼ ਅੰਡਰਸਟੈਂਡ, ਕਿ ਅਸੀਂ ਸਾਰੇ ਹੀ ਇਸ ਨੂੰ ਜਾਣਦੇ ਹਾਂ ਅਤੇ ਸਮਝ ਵੀ ਸਕਦੇ ਹਾਂ। Let us remember whenever we are told to hate our brothers, it is ourselves that we shall dispossess, betray, condemn. Remember, we who take arms against each other, it is the human earth that we defile. Our hells of fire and dust outrage the innocence of air that is everywhere our own. Remember, no men are foreign and countries strange. ਜਦੋਂ ਕਦੀ ਸਾਨੂੰ ਆਪਣੇ ਹੀ ਭਰਾਵਾਂ ਤੋਂ ਨਫ਼ਰਤ ਕਰਨ ਲਈ ਕਿਹਾ ਜਾਵੇ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਇੱਥੇ ਹੁਣ ਪੋਇਟ ਤੁਹਾਨੂੰ ਕਹਿ ਰਿਹਾ ਹੈ ਕਿ ਜਦੋਂ ਵੀ ਸਾਨੂੰ ਕੋਈ ਆਪਣੇ ਹੀ ਭਰਾਵਾਂ ਤੋਂ ਮੀਨਸ ਟੂ ਸੇ ਕਿ ਆਪਾਂ ਇੱਕ ਕੰਟਰੀ ਦੇ ਇਨਸਾਨ ਦੂਸਰੀ ਕੰਟਰੀ ਦੇ ਹਿਊਮਨ ਬੀਇੰਗਸ ਨਾਲ ਆਪਾਂ ਸਾਰੇ ਬ੍ਰਦਰ ਸਿਸਟਰਸ ਹਾਂ। ਜਦੋਂ ਵੀ ਸਾਨੂੰ ਕੋਈ ਆਪਣੇ ਭਰਾਵਾਂ ਤੋਂ ਨਫ਼ਰਤ ਕਰਨ ਲਈ ਕਹਿੰਦਾ ਹੈ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਖੁਦ ਹੀ ਹੋਵਾਂਗੇ ਜਿਹੜੇ ਖੁਦ ਨੂੰ ਹੀ ਲੁੱਟ ਰਹੇ ਹੋਵਾਂਗੇ। ਦੂਜਿਆਂ ਤੋਂ ਨਫ਼ਰਤ ਕਰਕੇ ਅਸੀਂ ਸਿਰਫ ਖੁਦ ਨੂੰ ਹੀ ਧੋਖਾ ਦੇ ਰਹੇ ਹੋਵਾਂਗੇ ਅਤੇ ਸਿਰਫ ਖੁਦ ਹੀ ਆਲੋਚਨਾ ਕਰ ਰਹੇ ਹੋਵਾਂਗੇ। ਯਾਦ ਰੱਖੋ ਕਿ ਜਦ ਅਸੀਂ ਇੱਕ ਦੂਜੇ ਦੇ ਵਿਰੁੱਧ ਹਥਿਆਰ ਚੁੱਕ ਲੈਂਦੇ ਹਾਂ ਤਾਂ ਅਸੀਂ ਸਿਰਫ ਇਸ ਮਨੁੱਖਾਂ ਦੀ ਧਰਤੀ ਨੂੰ ਹੀ ਦੂਸ਼ਿਤ ਕਰ ਰਹੇ ਹੁੰਦੇ ਹਾਂ। ਯੁੱਧ ਦੇ ਦੌਰਾਨ ਅੱਗ ਅਤੇ ਧੂੜ ਦੇ ਜੋ ਨਰਕ ਪੈਦਾ ਹੋ ਜਾਂਦੇ ਹਨ ਉਹ ਉਸੇ ਹਵਾ ਨੂੰ ਦੂਸ਼ਿਤ ਕਰਦੇ ਹਨ ਜਿਹੜੀ ਹਰ ਜਗ੍ਹਾ ਸਾਡੀ ਆਪਣੀ ਹੀ ਹੈ। ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਲੋਕ ਬਾਹਰੀ ਨਹੀਂ ਹੁੰਦੇ ਅਤੇ ਕੋਈ ਦੇਸ਼ ਬੇਗਾਨੇ ਨਹੀਂ ਹੁੰਦੇ। ਸੋ ਦਿਸ ਵਾਜ਼ ਯੋਰ ਪੋਇਮ। ਮੈਂ ਐਕਸਪਲੇਨ ਕਰ ਦਿੱਤੀ ਹੈ ਤੁਹਾਨੂੰ ਚੰਗੀ ਤਰ੍ਹਾਂ। ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਇਸ ਪੋਇਮ ਦੇ ਵਿੱਚ ਤੁਹਾਨੂੰ ਇਹੀ ਦੱਸਿਆ ਗਿਆ ਹੈ ਕਿ ਸਾਨੂੰ ਕਿਸੇ ਨਾਲ ਵੀ ਕੰਟਰੀ ਦੇ ਆਧਾਰ 'ਤੇ ਜਾਂ ਫਿਰ ਜਾਤੀ ਦੇ ਆਧਾਰ 'ਤੇ ਜਾਂ ਫਿਰ ਕਿਸੇ ਵੀ ਪੱਖੋਂ ਸਾਨੂੰ ਕਿਸੇ ਨਾਲ ਕਦੇ ਵੀ ਹੇਟਰੇਡ ਨਹੀਂ ਕਰਨੀ ਚਾਹੀਦੀ, ਸਾਨੂੰ ਭੇਦਭਾਵ ਨਹੀਂ ਕਰਨਾ ਚਾਹੀਦਾ। ਸੋ ਕੋਈ ਵੀ ਦੇਸ਼ ਹੋਵੇ ਉੱਥੇ ਸੇਮ ਕਾਈਂਡ ਆਫ ਲਿਵਿੰਗ ਬੀਇੰਗਸ ਰਹਿੰਦੇ ਆ, ਹਿਊਮਨ ਬੀਇੰਗਸ ਰਹਿੰਦੇ ਆ। ਇੱਕੋ ਆਪਣਾ ਸੇਮ ਬੋਡੀ ਸਟਰਕਚਰ ਹੈ, ਇੱਕੋ ਤਰ੍ਹਾਂ ਆਪਾਂ ਸਾਹ ਲੈਂਦੇ ਹਾਂ। ਸੋ ਆਈ ਹੋਪ ਯੂ ਅੰਡਰਸਟੂਡ ਦ ਐਕਸਪਲੇਨੇਸ਼ਨ ਆਫ ਦਿਸ ਪੋਇਮ। ਨੈਕਸਟ ਵੀਡੀਓ ਵਿੱਚ ਬੱਚੋ ਮੈਂ ਤੁਹਾਨੂੰ ਸਟੈਂਜ਼ਾ ਦੇ ਕੁਐਸਚਨਸ ਅਤੇ ਉਹਨਾਂ ਦੇ ਆਨਸਰ ਐਜ਼ ਵੈਲ ਐਜ਼ ਜੋ ਵੀ ਲੌਂਗ ਕੁਐਸਚਨ ਹੈ ਉਹ ਵੀ ਸਮਝਾਵਾਂਗੀ। ਸੋ ਇਸ ਨੂੰ ਧਿਆਨ ਨਾਲ ਦੇਖ ਲਿਓ। ਜੇਕਰ ਤੁਹਾਨੂੰ ਕੋਈ ਚੀਜ਼ ਤੁਹਾਡੀ ਵੀਡੀਓ ਦੇ ਵਿੱਚ ਸਮਝਣ ਤੋਂ ਰਹਿ ਜਾਂਦੀ ਹੈ ਤਾਂ ਤੁਸੀਂ ਉਸਨੂੰ ਰਿਵਰਸ ਕਰਕੇ ਦੁਬਾਰਾ ਰੀਪਲੇ ਕਰਕੇ ਦੇਖ ਸਕਦੇ ਹੋ। ਤੁਹਾਨੂੰ ਸਟੈਪ ਬਾਏ ਸਟੈਪ ਸਮਝ ਲੱਗ ਜਾਵੇਗੀ। ਥੈਂਕ ਯੂ।